ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਇਸ ਵੀਡੀਓ ਵਿੱਚ ਆਇਲਸ ਰਾਈਟਿੰਗ ਟਾਸਕ 1 ਵਿੱਚ ਇਸਤੇਮਾਲ ਹੋਣ ਵਾਲੀਆਂ ਪ੍ਰੈਪੋਜੀਸ਼ਨਸ ਦੇ ਬਾਰੇ ਗੱਲ ਕਰਾਂਗੇ। ਸਾਰੀਆਂ ਪ੍ਰੈਪੋਜੀਸ਼ਨਸ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਨਾਲ ਜਾਣੂ ਕਰਵਾਇਆ ਜਾਏਗਾ ਕਿ ਕਿਹੜੀ ਪ੍ਰੈਪੋਜੀਸ਼ਨ ਕਿੱਥੇ ਯੂਜ਼ ਹੁੰਦੀ ਹੈ, ਕਿੱਥੇ ਇਸਤੇਮਾਲ ਹੁੰਦੀ ਹੈ। ਤੇ ਸ਼ੁਰੂ ਕਰਦੇ ਹਾਂ ਰਾਈਟਿੰਗ ਟਾਸਕ 1 ਵਿੱਚ ਇਸਤੇਮਾਲ ਕੀਤੀਆਂ ਗਈਆਂ ਪ੍ਰੈਪੋਜੀਸ਼ਨਸ ਦੇ ਬਾਰੇ ਗੱਲ ਕਰਨਾ। ਸਭ ਤੋਂ ਪਹਿਲਾਂ ਤੁਸੀਂ ਇੱਕ ਗ੍ਰਾਫ ਦੇਖੋ ਜੀ, ਭਾਵੇਂ ਲਾਈਨ ਗ੍ਰਾਫ ਹੋਵੇ ਬਾਰ ਗ੍ਰਾਫ ਹੋਵੇ, ਠੀਕ ਹੈ ਜੀ, ਲਾਈਨ ਗ੍ਰਾਫ ਹੋਵੇ ਜਾਂ ਬਾਰ ਗ੍ਰਾਫ ਹੋਵੇ। ਉਹਦੇ ਵਿੱਚ ਅਸੀਂ ਸਾਡੀ ਇਹ ਵਾਲੀ ਲਾਈਨ ਹੈ ਜਿਹੜੀ, ਇਹਨੂੰ ਅਸੀਂ y ਐਕਸਿਸ ਕਹਿੰਦੇ ਆ ਤੇ ਇਹ ਲਾਈਨ ਨੂੰ ਅਸੀਂ x ਐਕਸਿਸ ਕਹਿੰਦੇ ਆ। y ਐਕਸਿਸ x ਐਕਸਿਸ। ਹੁਣ ਮੰਨ ਲਓ ਕਿ ਇਹ ਵਾਲੀ ਚੀਜ਼ ਹੈ ਜਿਹੜੀ y ਐਕਸਿਸ ਹੈ ਉਹ ਪਰਸੈਂਟੇਜ ਹੈ, ਪਰਸੈਂਟੇਜ ਆਫ ਪੀਪਲ who took interest in some activity ਜਾਂ percentage of people who died। percentage ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ, ਠੀਕ ਹੈ। ਤੇ ਇਹ ਸਾਡੀ percentage ਹੈ y axis ਤੇ 10%, 20%, 30%, 40%, 50%, 60%। ਤੇ ਇਹ ਸਾਡੇ ਇੱਥੇ ਕੀ ਹੈ, ਸਾਡੇ ਸਾਲ ਦਿੱਤੇ ਹੋਏ ਹੈ। ਅਕਸਰ ਇੱਥੇ ਸਾਲ ਹੀ ਦਿੱਤੇ ਜਾਂਦੇ ਨੇ x axis ਤੇ, ਠੀਕ ਹੈ। ਤੇ ਹੁਣ ਅਸੀਂ ਪ੍ਰੈਪੋਜੀਸ਼ਨਸ ਬਾਰੇ ਗੱਲ ਕਰਨੀ ਸ਼ੁਰੂ ਕਰਨ ਲੱਗੇ ਹਾਂ। ਜੇ ਅਸੀਂ y ਐਕਸਿਸ ਨੂੰ ਡਿਸਕ੍ਰਾਈਬ ਕਰਨ ਲਈ ਪਰਸੈਂਟੇਜ ਦੀ ਗੱਲ ਕਰੀਏ ਕਿ ਕਿਹੜੀ ਪਰਸੈਂਟੇਜ ਅਸੀਂ ਯੂਜ਼ ਕਰੀਏ, ਇਸਤੇਮਾਲ ਕਰੀਏ y ਐਕਸਿਸ ਨੂੰ ਡਿਸਕ੍ਰਾਈਬ ਕਰਨ ਲਈ, ਤੇ ਅਸੀਂ ਕਹਾਂਗੇ of ਤੇ to। ਇਹ ਸਿਰਫ ਦੋ ਪ੍ਰੈਪੋਜੀਸ਼ਨਸ ਹੈ ਜਿਹੜੀਆਂ ਇਸਤੇਮਾਲ ਕੀਤੀਆਂ ਜਾਂਦੀਆਂ y ਐਕਸਿਸ ਨੂੰ ਡਿਸਕ੍ਰਾਈਬ ਕਰਨ ਲਈ। ਜਿਵੇਂ ਕਿ ਸਟਾਰਟਿੰਗ ਵਿੱਚ ਜੇ ਕਰਨਾ ਹੋਵੇ, ਸ਼ੁਰੂਆਤ ਵਿੱਚ ਜਦੋਂ ਅਸੀਂ ਪਹਿਲਾ ਸੈਂਟੈਂਸ ਲਿਖਣਾ ਹੈ, ਪਹਿਲਾ ਵਾਕ ਲਿਖਣਾ ਹੈ, ਜੇ ਅਸੀਂ ਇਹ ਦੱਸਣਾ ਹੈ ਕਿ ਕਿੰਨੀ ਪਰਸੈਂਟੇਜ ਲੋਕਾਂ ਦੀ ਨੂੰ ਕੀ ਹੋਇਆ, ਤੇ ਅਸੀਂ ਲਿਖਾਂਗੇ 10% of, 10% of people, 10% of children। of ਲਿਖਣਾ ਜ਼ਰੂਰੀ ਹੁੰਦਾ ਹੈ। ਕਈ ਵਾਰੀ ਬੱਚੇ ਕੀ ਕਰਦੇ ਨੇ, ਬੱਚੇ ਲਿਖ ਦਿੰਦੇ 10% people ਤੇ of ਨਹੀਂ ਲਿਖਦੇ ਵਿੱਚ, ਤੇ ਉਹ ਸੈਂਟੈਂਸ ਸਾਡਾ ਗਲਤ ਹੋ ਜਾਂਦਾ ਹੈ ਬਿਨਾਂ ਪ੍ਰੈਪੋਜੀਸ਼ਨ ਦੇ। ਕਿਹੜੀ ਪ੍ਰੈਪੋਜੀਸ਼ਨ? of। of ਪ੍ਰੈਪੋਜੀਸ਼ਨ ਲਗਾਣੀ ਜ਼ਰੂਰੀ ਹੈ। 10% of people, 20% of people। ਇੱਕ ਤੁਹਾਨੂੰ of ਦੇ ਬਾਰੇ ਹੁਣ ਸਮਝ ਲੱਗ ਗਈ ਹੋਏਗੀ। of ਪ੍ਰੈਪੋਜੀਸ਼ਨ ਕਿਵੇਂ ਇਸਤੇਮਾਲ ਕੀਤੀ ਜਾਂਦੀ ਹੈ ਕਿ 10% of people ਨੂੰ ਕੀ ਹੋਇਆ, 10% of people died, 10% of people complained, 10% of people purchased, 10% of people were interested। ਜੋ ਵੀ ਇਨਫੋਰਮੇਸ਼ਨ ਹੈ ਉਹਦੇ ਅਕੋਰਡਿੰਗਲੀ ਅਸੀਂ ਸੈਂਟੈਂਸ ਬਣਾਵਾਂਗੇ। ਜਦੋਂ ਸੈਂਟੈਂਸ ਅਸੀਂ ਪਰਸੈਂਟੇਜ ਤੋਂ ਸ਼ੁਰੂ ਕਰਾਂਗੇ, y ਐਕਸਿਸ ਤੇ ਜਿਹੜੀ ਦਿੱਤੀ ਹੁੰਦੀ ਹੈ ਇਹ ਪਰਸੈਂਟੇਜ, ਉਹ ਤੋਂ ਜਦੋਂ ਸਾਡਾ ਸੈਂਟੈਂਸ ਵਾਕ ਸ਼ੁਰੂ ਹੁੰਦਾ ਹੈ, ਕੋਈ ਵੀ ਵਾਕ ਜਦੋਂ ਸਾਡਾ y ਐਕਸਿਸ ਤੋਂ ਸ਼ੁਰੂ ਹੁੰਦਾ ਹੈ, ਪਰਸੈਂਟੇਜ ਤੋਂ ਸ਼ੁਰੂ ਹੁੰਦਾ ਹੈ, ਤਾਂ ਪਰਸੈਂਟੇਜ ਦੇ ਨਾਲ of ਪ੍ਰੈਪੋਜੀਸ਼ਨ ਲਿਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਨਾਂ of ਪ੍ਰੈਪੋਜੀਸ਼ਨ ਦੇ ਜੇ ਅਸੀਂ ਸੈਂਟੈਂਸ ਲਿਖਾਂਗੇ ਤੇ ਉਹ ਸਾਡਾ ਸੈਂਟੈਂਸ ਗਲਤ ਹੋ ਜਾਏਗਾ। ਇੱਥੇ of ਕਿਵੇਂ ਯੂਜ਼ ਹੁੰਦਾ ਹੈ ਤੁਹਾਨੂੰ ਸਮਝ ਲੱਗ ਗਈ। ਹੁਣ ਤੁਹਾਨੂੰ ਇੱਕ ਹੋਰ ਜਗ੍ਹਾ of ਦਾ ਦੱਸਦੇ ਹਾਂ। y ਐਕਸਿਸ ਵਿੱਚ of ਕਿੱਥੇ ਲੱਗਦਾ ਹੈ? ਜਦੋਂ ਪੀਕ ਪੁਆਇੰਟ ਦੀ ਗੱਲ ਆਉਂਦੀ ਹੈ ਤੇ ਪਲੇਟੋ ਦੀ ਗੱਲ ਆਉਂਦੀ ਹੈ। ਰੀਚਡ ਪੀਕ ਪੁਆਇੰਟ of 80%। ਪੀਕ ਪੁਆਇੰਟ ਦੇ ਨਾਲ ਤੇ ਪਲੇਟੋ ਦੇ ਨਾਲ ਹਮੇਸ਼ਾ ਹੀ of ਪ੍ਰੈਪੋਜੀਸ਼ਨ ਇਸਤੇਮਾਲ ਹੋਣੀ ਹੈ। ਰੀਚਡ ਪੀਕ ਪੁਆਇੰਟ of 80%, ਰੀਚਡ ਪਲੇਟੋ of 60%, 80%, 60%। ਪੀਕ ਪੁਆਇੰਟ of ਪਲੇਟੋ of ਯਾਦ ਰੱਖਣਾ ਹੈ। ਹੁਣ ਤੁਹਾਨੂੰ ਪਤਾ ਚੱਲ ਗਿਆ ਕਿੱਥੇ ਕਿੱਥੇ ਯੂਜ਼ ਹੁੰਦੀ ਹੈ। ਜਦੋਂ ਅਸੀਂ y ਐਕਸਿਸ ਤੋਂ ਸ਼ੁਰੂ ਕਰਦੇ ਹਾਂ ਸੈਂਟੈਂਸ, ਪਰਸੈਂਟੇਜ ਤੋਂ ਸ਼ੁਰੂ ਕਰਦੇ ਹਾਂ, ਤਾਂ ਸਾਡਾ of ਲੱਗਣਾ ਹੈ 10%, 20%, 30%, ਜਿੰਨਾ ਵੀ ਪਰਸੈਂਟ ਹੈ 10% of। ਉਸ ਤੋਂ ਬਾਅਦ ਫਿਰ ਅੱਗੇ ਦੀ ਗੱਲ ਕਰਾਂਗੇ ਅਸੀਂ। ਉਸ ਤੋਂ ਬਾਅਦ of ਕਿੱਥੇ ਲੱਗਣਾ ਹੈ? ਜਦੋਂ ਪੀਕ ਪੁਆਇੰਟ ਦੀ ਗੱਲ ਹੋਈ ਤੇ ਪਲੇਟੋ ਦੀ ਗੱਲ ਹੋਈ। ਪੀਕ ਪੁਆਇੰਟ of, ਪਲੇਟੋ of। of ਪ੍ਰੈਪੋਜੀਸ਼ਨ ਤੋਂ ਬਾਅਦ ਜਿਹੜੀ ਪ੍ਰੈਪੋਜੀਸ਼ਨ ਇਸਤੇਮਾਲ ਹੁੰਦੀ ਹੈ y ਐਕਸਿਸ ਨੂੰ ਡਿਸਕ੍ਰਾਈਬ ਕਰਨ ਲਈ, ਉਹਨੂੰ ਕਹਿੰਦੇ ਆ to। to ਪ੍ਰੈਪੋਜੀਸ਼ਨ ਯੂਜ਼ ਹੁੰਦੀ ਹੈ y ਐਕਸਿਸ ਨੂੰ ਡਿਸਕ੍ਰਾਈਬ ਕਰਨ ਲਈ, ਤੇ ਇਹਦੇ ਪਿੱਛੇ ਇੱਕਦਮ ਨਾਲ ਵਰਬ ਲੱਗਦਾ ਹੈ। ਇਹ ਵਰਬ ਹੈ ਕਿ ਫਿਗਰ ਨੂੰ ਹੁੰਦਾ ਕੀ ਹੈ, ਫਿਗਰ ਵਧਦੀ ਹੈ ਕਿ ਫਿਗਰ ਘਟਦੀ ਹੈ। ਫਿਗਰ ਵਧੀ ਹੈ, ਇਨਕਰੀਜ਼ਡ। ਕਿੰਨੀ ਵਧੀ ਹੈ? 30 ਤੱਕ। ਇਨਕਰੀਜ਼ਡ ਟੂ, ਟੂ ਮਤਲਬ ਇਹਦਾ ਪੰਜਾਬੀ 'ਚ ਮਤਲਬ ਹੁੰਦਾ ਟੂ ਤੱਕ।
तक 30% तक फिगर वधी है, 20% तक फिगर घटी है, ठीक है। इंक्रीज्ड वधी है 30% तक। इंक्रीज ਦੇ ਸਿਨੋਨਿਮ ਤੁਹਾਨੂੰ ਆਉਂਦੇ ਹੋਣੇ ਆ, ਇੰਕਰੀਜ਼ਡ, ਰੋਜ਼, ਕਲਾਈਂਬ। ਡਿਕਰੀਜ਼ਡ ਦੇ ਵੀ ਆਉਂਦੇ ਹੋਣੇ ਆ, ਠੀਕ ਹੈ। ਤੇ ਸਿਨੋਨਿਮ ਜਿਹੜਾ ਮਰਜ਼ੀ ਹੋਵੇ, ਵਰਡ ਜਿਹੜਾ ਮਰਜ਼ੀ ਹੋਵੇ, ਵਰਬ ਹੈ ਜਿਹੜਾ, ਵਰਬ ਦੇ ਨਾਲ ਇੱਕਦਮ ਨਾਲ ਟੂ ਲੱਗੇਗਾ। ਇੰਕਰੀਜ਼ਡ ਟੂ 30, ਡਿਕਰੀਜ਼ਡ ਟੂ 22 ਪ੍ਰੈਪੋਜੀਸ਼ਨ ਇਸਤੇਮਾਲ ਹੋਏਗੀ ਵਾਈ ਐਕਸਿਸ ਨੂੰ ਡਿਸਕ੍ਰਾਈਬ ਕਰਨ ਲਈ। ਹੁਣ ਤੁਸੀਂ ਇੱਕ ਹੋਰ ਪ੍ਰੈਪੋਜੀਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਨ ਪ੍ਰੈਪੋਜੀਸ਼ਨ ਕਿੱਥੇ ਲੱਗੇਗੀ, ਇਹ ਤੁਸੀਂ ਸੈਂਟੈਂਸ ਸਟਰਕਚਰ ਨੂੰ ਸਮਝੋ ਜਰਾ ਚੰਗੀ ਤਰ੍ਹਾਂ ਨਾਲ। ਸੈਂਟੈਂਸ ਸਟਰਕਚਰ ਕਿਸ ਤਰੀਕੇ ਨਾਲ ਹੈ? ਦਾ ਫਿਗਰ, ਜੇ ਅਸੀਂ ਫਿਗਰ ਤੋਂ ਸ਼ੁਰੂ ਕਰਦੇ ਹਾਂ ਤਾਂ ਫਿਗਰ ਇਨਕਰੀਜ਼ਡ, ਦਾ ਫਿਗਰ ਲਿਖਾਂਗੇ ਜਾਂ ਪਰਸੈਂਟੇਜ ਲਿਖਾਂਗੇ ਜਾਂ ਇਟ ਲਿਖਾਂਗੇ। ਤਿੰਨਾਂ ਵਿੱਚੋਂ ਇੱਕ ਚੀਜ਼ ਜਦੋਂ ਲਿਖਾਂਗੇ, ਉੱਥੋਂ ਸੈਂਟੈਂਸ ਜਦੋਂ ਸਾਡਾ ਸ਼ੁਰੂ ਹੋਏਗਾ, ਦਾ ਫਿਗਰ, ਦਾ ਪਰਸੈਂਟੇਜ ਜਾਂ ਫਿਰ ਇਟ, ਤਿੰਨਾਂ ਵਿੱਚੋਂ ਇੱਕ ਚੀਜ਼ ਨਾਲ ਜਦੋਂ ਅਸੀਂ ਸੈਂਟੈਂਸ ਆਪਣਾ ਵਾਕ ਸ਼ੁਰੂ ਕਰਾਂਗੇ, ਇਨਕਰੀਜ਼ਡ ਜਾਂ ਡਿਕਲਾਈਨਡ ਕੁਝ ਵੀ ਹੁੰਦਾ ਹੈ, ਫਿਰ ਅਸੀਂ ਟੂ ਲਿਖਣਾ ਹੈ। ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਕਿ ਇਨਕਰੀਜ਼ਡ, ਡਿਕਰੀਜ਼ਡ ਤੋਂ ਬਾਅਦ ਅਸੀਂ ਟੂ ਯੂਜ਼ ਕਰਨਾ ਹੈ, ਠੀਕ ਹੈ। ਜਦੋਂ ਵੀ ਅਸੀਂ ਵਰਬ ਯੂਜ਼ ਕੀਤਾ ਉਸ ਤੋਂ ਬਾਅਦ ਅਸੀਂ ਟੂ ਯੂਜ਼ ਕਰਨਾ ਹੈ। ਵਾਈ ਐਕਸਿਸ ਦੀ ਫਿਗਰ ਨੂੰ ਡਿਸਕ੍ਰਾਈਬ ਕਰਨ ਲਈ ਅਸੀਂ ਪ੍ਰੈਪੋਜੀਸ਼ਨ ਟੂ ਇਸਤੇਮਾਲ ਕਰਨੀ ਹੈ। ਹੁਣ ਇੱਥੇ ਸਾਡਾ ਇਨਕਰੀਜ਼ ਵਰਬ ਨਹੀਂ ਹੈ, ਇੱਥੇ ਸਾਡਾ ਇਨਕਰੀਜ਼ ਐਜ਼ ਅ ਨਾਊਨ ਇਸਤੇਮਾਲ ਹੋ ਰਿਹਾ, ਐਜ਼ ਅ ਵਰਬ ਇਸਤੇਮਾਲ ਨਹੀਂ ਹੁੰਦਾ। ਤੇ ਇਹ ਸੈਂਟੈਂਸ ਸਾਡਾ ਬਦਲ ਜਾਂਦਾ ਹੈ ਬਿਲਕੁਲ। ਇਹਦੇ ਵਿੱਚ ਸਾਡਾ ਜਿਹੜਾ ਫਿਗਰ ਹੈ ਉਹ ਸੈਂਟੈਂਸ ਦੇ ਸ਼ੁਰੂ ਵਿੱਚ ਨਹੀਂ ਆ ਰਿਹਾ, ਉਹ ਫਿਗਰ ਸਾਡਾ ਸੈਂਟੈਂਸ ਦੇ ਅਖੀਰ ਵਿੱਚ ਆ ਰਿਹਾ। ਸੈਂਟੈਂਸ ਸਾਡਾ ਖਤਮ ਹੋ ਰਿਹਾ ਫਿਗਰ ਨਾਲ, ਪਰਸੈਂਟੇਜ ਨਾਲ। देयर वाज एन इंक्रीज, और एन आर्टिकल लगाना भी बड़ा जरूरी है, जिवें कि ਤੁਹਾਨੂੰ ਇੱਕ ਵੀਡੀਓ ਵਿੱਚ ਦੱਸਿਆ ਗਿਆ ਸੀ। ਗ੍ਰਾਮੈਟਿਕਲੀ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ, ਠੀਕ ਹੈ। ਇਨਕਰੀਜ਼ ਤੋਂ ਪਹਿਲਾਂ ਅਸੀਂ ਐਨ ਲਗਾਉਣਾ ਹੈ। देयर वाज एन इंक्रीज इन द फिगर, ਇੱਥੇ ਸਾਡੀ ਪ੍ਰੈਪੋਜੀਸ਼ਨ ਆਏਗੀ in the figure ਜਾਂ ਫਿਰ in the percentage। ਲਿਖਣੀ ਨਹੀਂ ਅਸੀਂ ਕਿੰਨੀ ਫਿਗਰ, ਅਸੀਂ ਦੱਸਣੀ ਨਹੀਂ ਹੈ 20%, 30%, 50%, ਇਹ ਨਹੀਂ ਦੱਸਣੀ। ਅਸੀਂ ਲਿਖਣਾ ਹੈ the figure ਜਾਂ percentage, ਠੀਕ ਹੈ। ਇਹ ਸਾਡਾ ਦੂਸਰੇ ਤਰੀਕੇ ਨਾਲ ਸੈਂਟੈਂਸ ਬਣਦਾ ਹੈ। there was an increase in the figure, increase ਇੱਥੇ ਸਾਡਾ ਨਾਊਨ ਹੈ, ਠੀਕ ਹੈ ਜੀ। ਫਿਰ ਤੁਸੀਂ ਇਹ ਫਿਗਰ ਦੇਖੋ, ਹੁਣ ਸਾਡੀ ਇਹ ਫਿਗਰ ਹੈ, ਮਤਲਬ ਇਹਦੇ ਵਿੱਚ ਕੋਈ ਫਰਕ ਨਹੀਂ ਆਇਆ। ਸਾਡੀ ਫਿਗਰ ਹੈ 20 ਦੇ ਉੱਤੇ ਹੀ, ਸਾਡੀ 20 ਦੇ ਉੱਤੇ ਟਿਕ ਗਈ, ਠੀਕ ਹੈ। 2002 ਤੋਂ ਲੈ ਕੇ 2004 ਤੱਕ ਸਾਡੀ ਜੇ ਫਿਗਰ ਦੇਖੀ ਜਾਵੇ ਤਾਂ ਉਹ 20% ਦੀ 20% ਹੀ ਰਹੀ ਹੈ। ਇੱਦਾਂ ਦੀ ਫਿਗਰ ਨੂੰ ਡਿਸਕ੍ਰਾਈਬ ਕਰਨ ਲਈ ਸਾਡੀ ਪ੍ਰੈਪੋਜੀਸ਼ਨ ਫਿਰ ਬਦਲ ਜਾਂਦੀ ਹੈ ਤੇ ਸੈਂਟੈਂਸ ਵਿੱਚ ਵਰਬ ਕਿਹੜਾ ਆਉਂਦਾ ਹੈ ਉਹ ਤੁਹਾਨੂੰ ਦੱਸਦੇ ਹਾਂ। ਤੇ ਉਸ ਨੂੰ ਡਿਸਕ੍ਰਾਈਬ ਕਰਨ ਲਈ ਅਸੀਂ ਲਿਖਾਂਗੇ ਤਾਂ ਫਿਗਰ ਲੈਵਲਡ ਆਫ ਜਾਂ ਫਿਰ ਰਿਮੇਨਡ ਸਟੇਬਲ। ਇਹ ਸਾਰੇ ਤੁਹਾਡੇ ਵੋਕੈਬਲਰੀ ਵਰਡਸ ਹੈ ਜਿਹੜੇ ਤੁਹਾਡੇ ਟ੍ਰੇਨਰ ਤੁਹਾਨੂੰ ਦੱਸਦੇ ਹੋਣਗੇ, ਤੁਹਾਨੂੰ ਪਤਾ ਹੀ ਹੋਏਗਾ ਇਸ ਗੱਲ ਦਾ। ਲੈਵਲਡ ਆਫ ਜਾਂ ਰਿਮੇਨਡ ਸਟੇਬਲ। ਤੇ ਪ੍ਰੈਪੋਜੀਸ਼ਨ ਦੇ ਉੱਤੇ ਅਸੀਂ ਜ਼ੋਰ ਪਾ ਰਹੇ ਹਾਂ, ਅਸੀਂ ਇਸ ਵੀਡੀਓ ਵਿੱਚ ਪ੍ਰੈਪੋਜੀਸ਼ਨਸ ਬਾਰੇ ਦੱਸ ਰਹੇ ਹਾਂ। ਤੇ ਇੱਥੇ ਸਾਡੀ ਪ੍ਰੈਪੋਜੀਸ਼ਨ ਐਟ ਆਏਗੀ, ਠੀਕ ਹੈ ਜੀ। ਪੀਕ ਪੁਆਇੰਟ, ਪਲੇਟੋ ਦੇ ਵਿੱਚ ਸਾਡੀ ਪ੍ਰੈਪੋਜੀਸ਼ਨ ਆਏਗੀ ਵਾਈ ਐਕਸਿਸ ਦੇ ਨਾਲ ਆਫ। ਜਿੱਥੇ ਸਾਡਾ ਵਰਬ ਆ ਗਿਆ, ਵਰਬ ਦੇ ਨਾਲ ਸਾਡੀ ਪ੍ਰੈਪੋਜੀਸ਼ਨ ਆਏਗੀ ਟੂ। ਜਿੱਥੇ ਸਾਡਾ ਵਰਬ ਤਾਂ ਨਹੀਂ ਹੈ ਬਟ ਐਜ਼ ਅ ਨਾਊਨ ਯੂਜ਼ ਹੋ ਰਿਹਾ, ਵਾਸ ਐਨ ਇਨਕਰੀਜ਼, ਇਹੋ ਜਿਹੇ ਸੈਂਟੈਂਸ ਵਿੱਚ ਸਾਡੀ ਇਨ ਪ੍ਰੈਪੋਜੀਸ਼ਨ ਆਏਗੀ। ਫਿਗਰ ਦੱਸੀ ਨਹੀਂ ਜਾਏਗੀ ਬਟ ਇੱਦਾਂ ਲਿਖਿਆ ਜਾਏਗਾ ਇਨ ਦਾ ਫਿਗਰ ਜਾਂ ਫਿਰ ਇਨ ਦਾ ਪਰਸੈਂਟੇਜ, ਇਨ। ਉਸ ਤੋਂ ਬਾਅਦ ਐਟ ਪ੍ਰੈਪੋਜੀਸ਼ਨ ਕਦੋਂ ਆਏਗੀ? ਜਦੋਂ ਸਾਡਾ ਕੋਈ ਚੇਂਜ ਨਹੀਂ ਹੋਏਗੀ, ਲੈਵਲਡ ਆਫ ਜਾਂ ਫਿਰ ਰਿਮੇਨ ਸਟੇਬਲ। ਇੱਦਾਂ ਦੇ ਸੈਂਟੈਂਸ ਵਿੱਚ ਸਾਡੀ ਪ੍ਰੈਪੋਜੀਸ਼ਨ ਆਏਗੀ ਐਟ। ਤੇ ਕਿੰਨੀਆਂ ਪ੍ਰੈਪੋਜੀਸ਼ਨ ਵਾਈ ਐਕਸਿਸ ਨਾਲ ਇਸਤੇਮਾਲ ਹੁੰਦੀਆਂ? ਇੱਕ ਤਾਂ ਹੁੰਦੀ ਹੈ ਆਫ, ਇੱਕ ਹੁੰਦੀ ਹੈ ਟੂ, ਇੱਕ ਹੁੰਦੀ ਹੈ ਇਨ, ਇੱਕ ਹੁੰਦੀ ਹੈ ਐਟ। ਟੋਟਲ ਕਿੰਨੀਆਂ ਹੁੰਦੀਆਂ? ਚਾਰ ਪ੍ਰੈਪੋਜੀਸ਼ਨਸ ਇਸਤੇਮਾਲ ਹੁੰਦੀਆਂ ਵਾਈ ਐਕਸਿਸ ਦੀ ਫਿਗਰ ਨੂੰ ਡਿਸਕ੍ਰਾਈਬ ਕਰਨ ਲਈ। ਹੁਣ ਅਸੀਂ ਐਕਸ ਐਕਸਿਸ ਦੀ ਫਿਗਰ ਦੇ ਬਾਰੇ ਗੱਲ ਕਰਾਂਗੇ। ਐਕਸ ਐਕਸਿਸ ਨੂੰ ਡਿਸਕ੍ਰਾਈਬ ਕਰਨ ਲਈ ਕਿਹੋ ਜਿਹੀਆਂ ਪ੍ਰੈਪੋਜੀਸ਼ਨਸ ਯੂਜ਼ ਕੀਤੀਆਂ ਜਾਂਦੀਆਂ ਉਹਦੇ ਬਾਰੇ ਅਸੀਂ ਡਿਸਕ੍ਰਾਈਬ ਕਰਾਂਗੇ। ਤੇ ਬਹੁਤ ਸਾਰੀਆਂ ਪ੍ਰੈਪੋਜੀਸ਼ਨਸ ਆ, ਉਹਨਾਂ ਨੂੰ ਤੁਸੀਂ ਰਟਣਾ ਹੀ ਹੈ ਚੰਗੀ ਤਰ੍ਹਾਂ ਨਾਲ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਉਹਨੂੰ ਲਰਨ ਕਰਨਾ ਹੈ ਬਾਈ ਹਾਰਟ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਸ਼ੁਰੂਆਤੀ ਸਾਲ ਤੋਂ। ਸਭ ਤੋਂ ਪਹਿਲਾ ਸਾਲ ਜਿਹੜਾ ਲਿਖਿਆ ਹੁੰਦਾ, ਜਿਹੜਾ ਮਰਜ਼ੀ ਲਿਖਿਆ ਹੋਵੇ, ਸਭ ਤੋਂ ਪਹਿਲਾਂ ਵਾਕ ਜਦੋਂ ਅਸੀਂ
ਬਣਾਉਂਦੇ ਆ, ਸੈਂਟੈਂਸ ਬਣਾਉਂਦੇ ਆ, ਉਹਦੇ ਵਿੱਚ ਦੱਸਦੇ ਆ ਕਿ ਕਿੰਨੇ % ਲੋਕਾਂ ਨੇ ਇੰਨਾ ਕੰਮ ਕੀਤਾ ਇਸ ਸਾਲ ਦੇ ਵਿੱਚ ਦਾ ਮਤਲਬ ਹੁੰਦਾ ਹੈ ਇਨ ਜਾਂ ਡਿਊਰਿੰਗ, ਦੋਨਾਂ ਦਾ ਮਤਲਬ ਇੱਕੋ ਹੀ ਹੁੰਦਾ ਹੈ, ਉਹਦਾ ਮਤਲਬ ਹੁੰਦਾ ਵਿੱਚ, ਠੀਕ ਹੈ। 2000 ਦੇ ਵਿੱਚ ਕੀ ਹੋਇਆ, 2000 ਦੇ ਵਿੱਚ ਇਹ ਚੀਜ਼ ਹੋਈ, 2000 ਦੇ ਵਿੱਚ ਇੰਨਾ % ਹੋਇਆ, ਜੋ ਵੀ ਹੋਇਆ, ਠੀਕ ਹੈ। ਇਹ ਪਹਿਲਾ ਸੈਂਟੈਂਸ ਜਿਹੜਾ ਅਸੀਂ ਇਸਤੇਮਾਲ ਕਰਨਾ ਹੁੰਦਾ ਹੈ, ਤੇ ਉਹਦੇ ਵਿੱਚ ਅਸੀਂ ਪ੍ਰੈਪੋਜੀਸ਼ਨਸ ਕਿਹੜੀ ਯੂਜ਼ ਕਰਨੀ ਹੈ, ਇਨ ਜਾਂ ਡਿਊਰਿੰਗ। 10% ਆਫ ਪੀਪਲ ਟੁਕ ਪਾਰਟ ਇਨ ਸਪੋਰਟਸ, 10% ਲੋਕਾਂ ਨੇ ਸਪੋਰਟਸ ਵਿੱਚ ਹਿੱਸਾ ਲਿਆ, ਕਦੋਂ, 2000 ਵਿੱਚ, ਇਨ ਜਾਂ ਡਿਊਰਿੰਗ, ਦੋਨਾਂ ਵਿੱਚੋਂ ਕੋਈ ਵੀ ਪ੍ਰੈਪੋਜੀਸ਼ਨ ਅਸੀਂ ਲਗਾ ਸਕਦੇ ਹਾਂ। ਉਸ ਤੋਂ ਬਾਅਦ ਮੰਨ ਲਓ ਕਿ ਸਾਡੇ ਕੋਲ ਸਬਜੈਕਟ ਹੈ ਕਿ ਕਿੰਨਾ ਬਟਰ ਹੈ, ਕਿੰਨਾ ਗ੍ਰਾਮ ਬਟਰ ਹੈ, ਸਾਡਾ ਜਿਹੜਾ ਵਾਈ ਐਕਸਿਸ ਹੈ ਉਹ ਗ੍ਰਾਮ ਹੈ, 10 ਗ੍ਰਾਮ, 20 ਗ੍ਰਾਮ, 30 ਗ੍ਰਾਮ, 40 ਗ੍ਰਾਮ, ਠੀਕ ਹੈ। ਤੇ ਬਟਰ ਹੈ ਜਿਹੜਾ ਉਹਦੀ ਕੰਜ਼ੰਪਸ਼ਨ ਹੁੰਦੀ ਹੈ, ਠੀਕ ਹੈ, ਉਹਨੂੰ ਖਾਇਆ ਜਾਂਦਾ, ਉਹਨੂੰ ਖਾਧਾ ਜਾਂਦਾ ਹੈ, ਠੀਕ ਹੈ। 10 grams of 10 grams of butter was consumed in 2000, ਹੁਣ ਇਹਦਾ ਵੀ ਇਹੀ ਹੈ, ਇੱਥੇ 10% of people ਸੀਗਾ, ਇੱਥੇ 10 gram of butter ਆ ਗਿਆ। 10 grams of butter ਉਹਨੂੰ ਕੀ ਕੀਤਾ ਗਿਆ, ਉਹਨੂੰ ਖਾਧਾ ਗਿਆ, ਠੀਕ ਹੈ। was consumed in 2000 ਦੇ ਵਿੱਚ। ਫਿਰ ਕੰਜ਼ੰਪਸ਼ਨ, ਇੱਥੇ ਸਾਡਾ ਜਿਹੜਾ ਵਰਡ ਹੈ ਨਾ ਉਹ ਕੰਜ਼ਿਊਮਡ ਦਾ ਕੀ ਹੋ ਗਿਆ, ਇੱਥੇ ਨਾਊਨ ਹੈ। ਤੇ ਪਾਰਟਸ ਆਫ ਸਪੀਚ ਦੀ ਵੀ ਤੁਹਾਨੂੰ ਨੌਲੇਜ ਬਹੁਤ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ, ਉਹਦੇ ਉੱਤੇ ਵੀ ਤੁਹਾਨੂੰ ਵੀਡੀਓ ਮਿਲ ਜਾਏਗੀ ਕਿ ਕਿਸ ਤਰੀਕੇ ਨਾਲ ਇੱਕੋ ਹੀ ਵਰਡ ਹੈ ਜਿਹਦਾ ਮਤਲਬ ਇੱਕੋ ਹੁੰਦਾ ਬਟ ਉਹ ਡਿਫਰੈਂਟ ਪਾਰਟਸ ਆਫ ਸਪੀਚ ਵਿੱਚ ਕਿੱਦਾਂ ਅਸੀਂ ਇਸਤੇਮਾਲ ਕਰਦੇ ਹਾਂ। ਉਹਨੂੰ ਕਦੀ ਨਾਊਨ ਦੇ ਵਿੱਚ ਯੂਜ਼ ਕਰਦੇ ਹਾਂ, ਕਦੀ ਵਰਬ ਦੇ ਵਿੱਚ ਯੂਜ਼ ਕਰਦੇ ਹਾਂ, ਕਦੀ ਐਜ਼ ਐਨ ਐਡਜੈਕਟਿਵ ਯੂਜ਼ ਕਰਦੇ, ਤੇ ਕਿੱਦਾਂ ਹੁੰਦਾ ਹੈ ਇਹ ਸਾਰਾ ਕੁਝ, ਠੀਕ ਹੈ, ਉਹ ਵੀ ਤੁਹਾਨੂੰ ਸਮਝਾਇਆ ਜਾਏਗਾ। 10 grams of butter was consumed in 2000, 10 ਗ੍ਰਾਮ ਬਟਰ ਹੈ ਜਿਹੜਾ ਉਹ ਕੰਜ਼ਿਊਮ ਹੋਇਆ 2000 ਵਿੱਚ। ਅਸੀਂ ਪ੍ਰੈਪੋਜੀਸ਼ਨ ਦੀ ਗੱਲ ਕਰ ਰਹੇ ਹਾਂ ਕਿ ਥੱਲੇ ਵਾਲੇ ਸਾਲਾਂ ਦੇ ਵਿੱਚ ਪ੍ਰੈਪੋਜੀਸ਼ਨ ਕਿਹੜੀ ਇਸਤੇਮਾਲ ਕੀਤੀ ਜਾਂਦੀ ਹੈ, ਤੇ ਸੈਂਟੈਂਸ ਜਦੋਂ ਸ਼ੁਰੂ ਕਰਨਾ ਹੁੰਦਾ ਹੈ ਤੇ ਉਹਦੇ ਵਿੱਚ ਪ੍ਰੈਪੋਜੀਸ਼ਨ ਅਸੀਂ ਇਨ ਇਸਤੇਮਾਲ ਕਰਦੇ ਹਾਂ ਥੱਲੇ ਦੇ ਲਈ। The consumption of butter was 10 grams, ਜਿਹੜੀ ਕੰਜ਼ੰਪਸ਼ਨ ਸੀ ਬਟਰ ਦੀ ਕੀ ਸੀ, ਕੰਜ਼ੰਪਸ਼ਨ, ਕਿੰਨਾ ਖਾਧਾ ਗਿਆ। Consumption of butter was 10 grams during the year 2000। ਅੱਛਾ, ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਵਾਂ, ਤੁਸੀਂ ਇੱਦਾਂ ਵੀ ਲਿਖ ਸਕਦੇ ਹੋ, ਦਾ ਈਅਰ ਵੀ ਮੈਂਸ਼ਨ ਕਰ ਸਕਦੇ ਹੋ, ਜਾਂ ਫਿਰ ਕੱਲਾ ਲਿਖ ਲਓ ਇਨ 2000, ਜਿਵੇਂ ਇੱਥੇ ਲਿਖਿਆ ਹੋਇਆ ਇਨ 2000, ਜਾਂ ਕੱਲਾ ਲਿਖ ਲਓ ਡਿਊਰਿੰਗ 2000, ਜਾਂ ਫਿਰ ਇੱਦਾਂ ਵੀ ਲਿਖ ਸਕਦੇ ਹੋ ਡਿਊਰਿੰਗ ਦਾ ਈਅਰ 2000, ਮਤਲਬ ਦਾ ਈਅਰ ਵਰਡਸ ਵੀ ਲਿਖ ਸਕਦੇ ਹੋ ਵਿੱਚ, ਠੀਕ ਹੈ। ਇੱਦਾਂ ਹੀ ਤੁਸੀਂ ਲਿਖ ਸਕਦੇ ਹੋ ਇਨ ਦਾ ਈਅਰ 2000, ਇਹ ਤੁਹਾਡੀ ਮਰਜ਼ੀ ਹੈ, ਉਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਕਦੀ ਦਾ ਈਅਰ ਲਿਖੋ, ਨਹੀਂ ਲਿਖਣਾ ਤੇ ਨਾ ਲਿਖੋ, ਤੁਹਾਡੀ ਮਰਜ਼ੀ, ਇਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਹੁਣ ਅਸੀਂ ਅੱਗੇ ਵਧਦੇ ਹਾਂ। ਜਦੋਂ ਅਸੀਂ ਅੱਗੇ ਵਧਦੇ ਹਾਂ, ਇਨਕਰੀਜ਼ ਹੁੰਦਾ, ਡਿਕਰੀਜ਼ ਹੁੰਦਾ, ਇੱਥੋਂ ਦੀ ਲੈ ਕੇ ਇੱਥੇ ਤੱਕ, ਇੱਥੋਂ ਦੀ ਲੈ ਕੇ ਇੱਥੇ ਤੱਕ, ਜੋ ਹੁੰਦਾ ਇਨਕਰੀਜ਼ ਹੁੰਦਾ ਜਾਂ ਸਟੇਬਲ ਹੀ ਰਹਿੰਦਾ ਹੈ, ਕੋਈ ਚੇਂਜ ਨਹੀਂ ਆਉਂਦੀ, ਜਾਂ ਡਿਕਰੀਜ਼ ਹੋ ਜਾਂਦਾ, ਜਾਂ ਪੀਕ ਪੁਆਇੰਟ ਤੇ ਪਹੁੰਚ ਜਾਂਦਾ, ਇੱਥੋਂ ਦੀ ਲੈ ਕੇ ਇੱਥੇ ਤੱਕ ਕੀ ਚੀਜ਼ ਹੋਈ, ਤੇ ਫਿਰ ਉਹ ਪ੍ਰੈਪੋਜੀਸ਼ਨਸ ਅਸੀਂ ਇਹ ਵਾਲੀਆਂ ਇਸਤੇਮਾਲ ਕਰਨੀਆਂ ਨੇ। ਇਹਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ। ਜਦੋਂ ਵੀ ਫਰੋਮ ਪ੍ਰੈਪੋਜੀਸ਼ਨ ਲੱਗੀ ਤਾਂ ਉਹਦੇ ਨਾਲ ਟੂ ਹੀ ਲਗਾਉਣਾ ਹੈ। ਇੱਥੋਂ ਦੀ ਲੈ ਕੇ ਇੱਥੇ ਤੱਕ, 2000 ਤੋਂ ਲੈ ਕੇ 2001 ਤੱਕ, ਠੀਕ ਹੈ, ਇੱਥੋਂ ਦੀ ਇੱਥੇ ਤੱਕ। ਉਸ ਤੋਂ ਬਾਅਦ ਬਿਟਵੀਨ ਦੇ ਨਾਲ ਐਂਡ ਹੀ ਲਗਾਉਣਾ ਹੈ। ਬਹੁਤ ਬੱਚੇ ਅਕਸਰ ਇਹ ਗਲਤੀ ਕਰਦੇ ਕਿ ਬਿਟਵੀਨ ਇੱਥੇ ਲਗਾ ਕੇ ਇੱਥੇ ਟੂ ਲਗਾ ਦਿੰਦੇ, ਤੇ ਉਹ ਸਾਡਾ ਆਨਸਰ ਗਲਤ ਹੋ ਜਾਂਦਾ ਹੈ, ਠੀਕ ਹੈ। ਇੱਥੇ ਜਦੋਂ ਵੀ ਬਿਟਵੀਨ ਆਇਆ ਤਾਂ ਬਿਟਵੀਨ ਦਾ ਜਿਹੜਾ ਦੋਸਤ ਹੈ ਉਹ ਐਂਡ ਹੈ, ਤੇ ਇੱਦੀ ਫਰੋਮ ਦਾ ਜਿਹੜਾ ਦੋਸਤ ਹੈ ਉਹ ਟੂ ਹੈ। ਇਹਨਾਂ ਦੀ ਦੋਸਤੀ, ਇਹਨਾਂ ਦੀ ਯਾਰੀ ਬੜੀ ਪੱਕੀ ਹੁੰਦੀ ਹੈ, ਇਹਨੂੰ ਅਸੀਂ ਛੇੜ ਨਹੀਂ ਸਕਦੇ ਨੇ, ਠੀਕ ਹੈ। ਬਿਟਵੀਨ 2000 ਐਂਡ 2001, ਬਿਟਵੀਨ ਐਂਡ till 2001। ਹੁਣ ਇਹ ਤੇ ਦੋ ਪ੍ਰੈਪੋਜੀਸ਼ਨਸ ਹੋ ਗਏ ਨਾ ਦੋਨੋਂ ਪਾਸੇ, ਇੱਥੇ ਇੱਕ ਪ੍ਰੈਪੋਜੀਸ਼ਨ, ਇੱਥੇ ਇੱਕ ਪ੍ਰੈਪੋਜੀਸ਼ਨ, ਇੱਥੇ ਇੱਕ ਪ੍ਰੈਪੋਜੀਸ਼ਨ, ਇੱਥੇ ਇੱਕ ਪ੍ਰੈਪੋਜੀਸ਼ਨ। ਇੱਥੇ 2000 ਤੋਂ ਲੈ ਕੇ 2000 ਤੱਕ ਕੋਈ ਚੀਜ਼ ਹੋਈ ਹੈ। ਜੇ ਅਸੀਂ 2000 ਨੂੰ ਮੈਂਸ਼ਨ ਹੀ ਨਾ ਕਰਨਾ ਹੋਵੇ, ਆਹ ਵਾਲੇ ਸਾਲ ਨੂੰ ਲਿਖਣਾ ਹੀ ਨਾ ਹੋਵੇ, ਸਿੱਧਾ ਹੀ ਇਹ ਵਾਲੇ ਸਾਲ ਨੂੰ ਲਿਖਣਾ ਹੋਵੇ, ਇੱਕੋ ਸਾਲ ਨੂੰ ਲਿਖਣਾ ਹੋਵੇ, ਫਿਰ ਅਸੀਂ ਕਿਹੜੀ ਪ੍ਰੈਪੋਜੀਸ਼ਨ, ਇੱਕ ਪ੍ਰੈਪੋਜੀਸ਼ਨ ਯੂਜ਼ ਕਰਾਂਗੇ, till 2001, up to 2001, by 2001। ਸਮਝ ਗਏ ਜੀ। ਜੇ ਤਾਂ ਅਸੀਂ ਇਹ ਲਿਖਣਾ ਕਿ 2000 ਤੋਂ ਲੈ ਕੇ 2001 ਤੱਕ, ਮਤਲਬ ਦੋਨੋਂ ਸਾਲਾਂ ਦਾ ਮੈਂਸ਼ਨ ਕਰਨਾ, 2000 2001 ਦੋਨਾਂ ਨੂੰ ਲਿਖਣਾ, ਤੇ ਦੋਨਾਂ ਦੇ ਲਈ ਪ੍ਰੈਪੋਜੀਸ਼ਨ ਇਸਤੇਮਾਲ ਕਰਾਂਗੇ। ਫਰੋਮ ਇਸਤੇਮਾਲ ਕੀਤਾ ਤਾਂ ਟੂ, ਬਿਟਵੀਨ ਇਸਤੇਮਾਲ ਕੀਤਾ ਤੇ ਐਂਡ। ਤੇ ਜੇ ਅਸੀਂ ਇਹਦੇ ਬਾਰੇ ਨਹੀਂ ਲਿਖਦੇ,
ਇਹ ਸਾਲ ਦੇ ਬਾਰੇ ਨਹੀਂ ਲਿਖਦੇ ਤੇ ਸਿੱਧੇ ਹੀ ਇਹਦੇ ਬਾਰੇ ਲਿਖ ਦਿੰਦੇ ਕਿ ਇੱਥੇ ਤੱਕ ਇਦਾਂ ਹੋ ਗਿਆ, ਠੀਕ ਹੈ, ਇੱਥੇ ਤੱਕ ਇਨਕਰੀਜ਼ ਹੋ ਗਿਆ, ਇੱਥੇ ਤੱਕ ਡਿਕਰੀਜ਼ ਹੋ ਗਿਆ, ਇੱਥੇ ਤੱਕ ਕੋਈ ਚੇਂਜ ਹੀ ਨਹੀਂ ਆਈ, ਠੀਕ ਹੈ। ਫਿਰ ਅਸੀਂ ਇਕੱਲਾ ਜੇ ਇਹ ਵਾਲਾ ਸਾਲ ਲਿਖਣਾ ਹੈ, ਇੱਕੋ ਸਾਲ ਲਿਖਣਾ ਤੇ ਇੱਕੋ ਪ੍ਰੈਪੋਜੀਸ਼ਨ ਅਸੀਂ ਇਸਤੇਮਾਲ ਕਰਾਂਗੇ till 2001 up to 2001 by 2001। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪ੍ਰੈਪੋਜੀਸ਼ਨ ਦੀ ਬੜੀ ਕਲੀਅਰ ਅੰਡਰਸਟੈਂਡਿੰਗ ਹੋ ਗਈ ਹੋਣੀ ਹੈ ਕਿ ਕਿਸ ਤਰੀਕੇ ਨਾਲ ਪ੍ਰੈਪੋਜੀਸ਼ਨਸ ਇਸਤੇਮਾਲ ਹੁੰਦੀਆਂ ਤੇ ਕਿਹੜੀਆਂ ਇਸਤੇਮਾਲ ਹੁੰਦੀਆਂ, ਕਿਹਦੇ ਨਾਲ ਇਸਤੇਮਾਲ ਹੁੰਦੀਆਂ, ਠੀਕ ਹੈ। ਇੱਕ ਵਾਰੀ ਫਿਰ ਰਿਵੀਜ਼ਨ ਕਰ ਲੈਂਦੇ ਹਾਂ ਜੀ। y ਐਕਸਿਸ ਨੂੰ ਡਿਸਕ੍ਰਾਈਬ ਕਰਨ ਲਈ ਅਸੀਂ ਖਾਸ ਤੌਰ ਤੇ ਤਿੰਨ ਪ੍ਰੈਪੋਜੀਸ਼ਨਸ ਯੂਜ਼ ਕਰੀਦੀਆਂ off, to, at, ਠੀਕ ਹੈ। off, to, at। off ਅਸੀਂ ਇਸਤੇਮਾਲ ਕਰੀਦਾ ਜਦੋਂ ਪੀਕ ਪੁਆਇੰਟ ਤੇ ਪਲੇਟੋ ਦੀ ਗੱਲ ਹੋਵੇ। to ਅਸੀਂ ਵੈਸੀ ਫਿਗਰ ਨਾਲ ਇਸਤੇਮਾਲ ਕਰੀਦਾ ਜਦੋਂ ਵੀ ਇਨਕਰੀਜ਼ ਹੋਵੇ, ਡਿਕਰੀਜ਼ ਹੋਵੇ, ਕੁਝ ਵੀ ਹੋਵੇ ਤਾਂ ਫਿਗਰ ਦੇ ਬਾਰੇ ਦੱਸਣਾ ਹੋਵੇ, ਜੇ ਕਿੰਨਾ ਹੋਇਆ ਡਿਕਰੀਜ਼ ਜਾਂ ਕਿੰਨਾ ਇਨਕਰੀਜ਼ ਹੋਇਆ, ਕਿੱਥੇ ਤੱਕ ਹੋਇਆ ਮਤਲਬ, ਤੇ ਫਿਰ ਅਸੀਂ to ਪ੍ਰੈਪੋਜੀਸ਼ਨ ਯੂਜ਼ ਕਰਾਂਗੇ। at ਪ੍ਰੈਪੋਜੀਸ਼ਨ ਅਸੀਂ ਯੂਜ਼ ਕਰਾਂਗੇ ਜਦੋਂ ਕੋਈ ਚੇਂਜ ਹੀ ਨਹੀਂ ਆਈ, ਲੈਵਲਡ ਆਫ ਹੋ ਗਿਆ, ਰਿਮੇਨਡ ਸਟੇਬਲ ਰਿਹਾ। ਇਸੇ ਤਰੀਕੇ ਨਾਲ x ਐਕਸਿਸ ਨੂੰ ਡਿਸਕ੍ਰਾਈਬ ਕਰਨ ਲਈ ਅਸੀਂ ਕਿਹੜੀ ਫਿਗਰ ਨੂੰ ਪ੍ਰੈਪੋਜੀਸ਼ਨ ਨੂੰ ਯੂਜ਼ ਕਰਾਂਗੇ, ਪਹਿਲਾ ਸੈਂਟੈਂਸ ਅਸੀਂ ਜਦੋਂ ਯੂਜ਼ ਕਰਾਂਗੇ, ਪਹਿਲਾ ਸੈਂਟੈਂਸ ਬਣਾਵਾਂਗੇ ਕਿ 2000 ਦੇ ਵਿੱਚ ਕੀ ਹੋਇਆ, ਪਹਿਲੇ ਸਾਲ ਵਿੱਚ ਕੀ ਹੋਇਆ, ਵਿੱਚ ਕੀ ਹੋਇਆ, ਤੇ ਉਹ ਪ੍ਰੈਪੋਜੀਸ਼ਨ ਕਿਹੜੀ ਯੂਜ਼ ਹੋਏਗੀ, ਇਨ ਜਾਂ ਡਿਊਰਿੰਗ। ਜਦੋਂ ਅਸੀਂ ਇੱਥੋਂ ਦੀ ਲੈ ਕੇ ਇੱਥੇ ਤੱਕ ਆਉਂਦੇ ਜਾਂ ਇੱਥੋਂ ਦੀ ਲੈ ਕੇ ਇੱਥੇ ਤੱਕ ਆਉਂਦੇ, ਜਿੱਥੋਂ ਦੀ ਵੀ ਮਰਜ਼ੀ ਅੱਗੇ ਅੱਗੇ ਵਧਦੇ ਆ, ਤਾਂ ਫਿਰ ਸਾਡੀਆਂ ਵੱਖਰੀਆਂ ਤਰ੍ਹਾਂ ਦੀਆਂ ਪ੍ਰੈਪੋਜੀਸ਼ਨਸ ਯੂਜ਼ ਹੋਣਗੀਆਂ ਇਹਦੇ ਨਾਲ, ਜੋ ਕਿ ਇਹ ਵਾਲੀਆਂ, ਤੇ ਤੁਸੀਂ ਇਹ ਸਾਰੀਆਂ ਯਾਦ ਕਰਨੀਆਂ ਚੰਗੀ ਤਰ੍ਹਾਂ। ਫਰੋਮ ਐਨੇ ਤੋਂ ਐਨੇ, ਬਿਟਵੀਨ ਐਨੇ ਐਨੇ, ਟਿਲ ਐਨੇ, ਅਪ ਟੂ ਐਨੇ, ਬਾਈ ਐਨੇ। ਬਹੁਤ ਬਹੁਤ ਧੰਨਵਾਦ ਜੀ ਸਾਰੀ ਵੀਡੀਓ ਦੇਖਣ ਦੇ ਲਈ। ਪਰਮਾਤਮਾ ਤੁਹਾਡੇ ਸਾਰਿਆਂ ਤੇ ਇੱਦਾਂ ਹੀ ਮਿਹਰ ਭਰਿਆ ਹੱਥ ਬਣਾਈ ਰੱਖੇ। ਛੇਤੀ ਤੋਂ ਛੇਤੀ ਤੁਸੀਂ ਵਧੀਆ ਤੋਂ ਵਧੀਆ ਬੈਂਡਸ ਲਓ ਤੇ ਤੁਹਾਨੂੰ ਵੀਜ਼ਾ ਮਿਲੇ, ਜਿਹੜੇ ਵੀ ਦੇਸ਼ ਤੁਸੀਂ ਜਾਣਾ ਚਾਹੁੰਦੇ ਹੋ ਉਸ ਦੇਸ਼ ਦਾ ਵੀਜ਼ਾ ਮਿਲੇ, ਤੁਹਾਡੇ ਹੱਥਾਂ ਵਿੱਚ ਹੋਵੇ ਤੇ ਤੁਸੀਂ ਉੱਥੇ ਸਫਲਤਾਪੂਰਵਕ ਆਪਣਾ ਜੀਵਨ ਬਿਤਾਓ।